बच्चों, मेरा नाम अंजू गर्ग है। मैं सरकारी हाई स्कूल पूरनपुर जलंधर विखे बतौर मैथ मिस्ट्रेस अपनी सेवा निभा रही हाँ। ਅੱਜ ਜਮਾਤ 8ਵੀਂ ਦਾ ਘਾਤ ਅਤੇ ਘਾਤ ਅੰਕ ਬਾਰੇ ਅਸੀਂ ਪੜਾਂਗੇ। ਬੱਚਿਓ, ਘਾਤ ਅਤੇ ਘਾਤ ਅੰਕ ਬਾਰੇ ਕਿਸੇ ਵੀ ਨੰਬਰ ਦੇ ਉੱਪਰ ਜਿਹੜਾ ਨੰਬਰ ਲਿਖਿਆ ਹੁੰਦਾ, ਜਿੱਦਾਂ a ਦੀ ਘਾਤ 4, ਇਹ ਹੁੰਦੀ ਹੈ ਘਾਤ। ਠੀਕ ਹੈ, ਤੁਸੀਂ ਆ ਘਾਤ ਬਾਰੇ ਤਾਂ ਪੜ੍ਹ ਚੁੱਕੇ ਹੋਗੇ ਤੇ ਘਾਤ ਅੰਕ ਕੀ ਹੁੰਦੇ ਆ। ਅਸੀਂ ਇਹਨਾਂ ਦਾ ਪੜ੍ਹਨਾ ਹੈ ਮਿਆਰੀ ਰੂਪ ਅਤੇ ਸਧਾਰਨ ਰੂਪ ਤੇ ਉਹਨਾਂ ਦੀ ਤੁਲਨਾ। ਮਿਆਰੀ ਰੂਪ ਕੀ ਹੁੰਦਾ, ਇਸ ਤੋਂ ਪਿਛਲਾ ਲੈਕਚਰ ਸੀਗਾ, ਉਹਦੇ ਵਿੱਚ ਤੁਸੀਂ ਮਿਆਰੀ ਰੂਪ ਨੂੰ ਸਧਾਰਨ ਅੱਖਰਾਂ ਵਿੱਚ ਤੇ ਬਹੁਤ ਵੱਡੀਆਂ ਸੰਖਿਆ ਨੂੰ ਮਿਆਰੀ ਰੂਪ ਵਿੱਚ ਬਦਲਣਾ ਸਿੱਖੇ ਹੋ। ठीक है, एक बार फिर मैं वही डिस्कस करन लगी हाँ कि असी म्यारी रूप विच अखरां नूं किद्दां लिखदे ने। म्यारी रूप वड्डियां संख्यावां दा, जिद्दां तुहाडे कोल संख्या हैगी 0 0 2 5 6, आ एक बहुत वड्डी संख्या है, इनू असी म्यारी रूप दे विच लिखना है। म्यारी रूप विच लिखण वास्ते तुहाडा जिहड़ा दशमलव है, वो दशमलव आ जिहड़े अखर हुंदे हैं ना, इन्हां अखरां दे विच पहले अखर दे पिछे इत्थे लग जांदा है। ठीक है, जदों असी म्यारी रूप लिखना हुंदा है, ਇਹਦਾ मतलब दशमलव इथों ਤੁਹਾਡਾ सज्जे हथ ਨੂੰ ਇੱਥੇ तक जाना है। ठीक है, ਇੱਥੇ तक सज्जे हथ ਨੂੰ जाना है। जेकर दशमलव ਤੁਹਾਡਾ सज्जे हथ ਨੂੰ मूव करता है तो ਤੁਹਾਡੀ ਘਾਤ ਜਿਹੜੀ ਹੈਗੀ ਉਹ ਮਾਈਨਸ ਵਿੱਚ ਆਉਂਦੀ ਹੈ। ਹੁਣ ਆ ਦੇਖੋ, ਇਹਨੂੰ ਅਸੀਂ ਲਿਖਾਂਗੇ 2.56 ਗੁਣਾ 10 ਦੀ ਘਾਤ 1 2 3 4 5 6 7। ਕਿੰਨੇ ਅੱਖਰ ਪਿੱਛੇ ਗਿਆ ਇਹ? 7 ਅੱਖਰ ਪਿੱਛੇ। ਤਾਂ ਇਹਨੂੰ ਲਿਖਾਂਗੇ ਅਸੀਂ 10 ਦੀ ਘਾਤ -7। इसे तरह मान लो तुहाडे कोल हैगा 0.0087640। ठीक है, आ पिछे भी जीरो होण तां भी तुहाडा जिहड़ा आ दशमलव हैगा ये तुहाडा इत्थे तक ही जाना है। इहनूं असीं लिखांगे 8.764। इदां भी लिख सकदे आ। पिछली जीरो सानू लिखण दी लोड़ नहीं हुंदी। अगे तो यह 4 अखर पिछे गया तो यह की बन गया 10 दी घात 4। ਇਹ ਤਾਂ ਸੀਗਾ ਕਿ ਸਾਡਾ ਜਿਹੜਾ ਦਸ਼ਮਲਵ ਹੈ ਉਹ ਕਿਹੜੇ ਪਾਸੇ ਜਾ ਰਿਹਾ ਹੈ? ਸੱਜੇ ਪਾਸੇ। ਹੁਣ ਜੇਕਰ ਹੁੰਦਾ ਸਾਡੇ ਕੋਲ 25000, ਠੀਕ ਹੈ, ਜਾਂ ਇੱਕ ਜ਼ੀਰੋ ਹੋਰ ਪਾ ਲਓ, ਐਨਾ ਇਸ ਨੰਬਰ ਨੂੰ ਵੀ ਅਸੀਂ ਕੀ ਕਰਨਾ ਹੈ? ਛੋਟਾ ਕਰਕੇ 10 ਦੀ ਘਾਤ ਵਿੱਚ ਲਿਖਣਾ ਹੈ। ਹੁਣ ਇਹਦੇ ਵਿੱਚ ਕੋਈ ਦਸ਼ਮਲਵ ਦਿਖਾਈ ਦੇ ਰਿਹਾ ਤੁਹਾਨੂੰ? ਨਹੀਂ, ਕੋਈ ਦਸ਼ਮਲਵ ਨਹੀਂ ਹੈ। ਇਹਦਾ ਮਤਲਬ ਦਸ਼ਮਲਵ ਕਿੱਥੇ ਹੈ? ਤੁਹਾਡਾ ਇੱਥੇ ਹੈ। ਦਸ਼ਮਲਵ ਤੋਂ ਬਾਅਦ ਅਸੀਂ 1 0 2 0 3 0 ਜਿੰਨੀ ਮਰਜ਼ੀ ਲਾ ਸਕਦੇ ਹਾਂ। ਹੁਣ ਆਹ ਵਾਲਾ ਦਸ਼ਮਲਵ ਜਿਹੜਾ ਹੈਗਾ, ਇਹ ਦਸ਼ਮਲਵ ਤੁਹਾਡਾ ਕਿੱਥੇ ਆਣਾ ਹੈ? खब्बे हथ नूं 2 दे पिछे। मतलब इनू असी लिखांगे 2.5 गुना 10 दी घात। 10 दी घात किन्ने अखर ये खब्बे हथ नूं आया? 1 2 3 4 5। इन्हां दे विचकार 5 अंक हैगे, इस करके आके बन गया 10 दी घात 5। ठीक है बच्चों, इसी तरह मान लो हुंदा 6 7 4 0 0 0 0 0। ਇਹਦਾ ਵੀ ਦਸ਼ਮਲਵ ਹੁਣ ਇੱਥੇ ਦਸ਼ਮਲਵ ਹੈਗਾ ਇੱਕ ਤਰ੍ਹਾਂ ਦਾ। ਆ ਦਸ਼ਮਲਵ ਤੁਹਾਡਾ ਇੱਥੇ ਜਾਣਾ ਤੇ ਇਹ ਹੋ ਗਿਆ ਤੁਹਾਡਾ 6.74 ਗੁਣਾ 10 ਦੀ ਘਾਤ 1 2 3 4 5 6 7। 7 ਅੱਖਰ ਅੱਗੇ ਆਇਆ ਤਾਂ ਇਹ ਕੀ ਹੋ ਗਿਆ? 10 ਦੀ ਘਾਤ 7। ਇਹ ਹੁੰਦਾ ਹੈ ਕਿ ਅਸੀਂ ਵੱਡੇ ਅੱਖਰਾਂ ਨੂੰ ਮਿਆਰੀ ਰੂਪ ਵਿੱਚ ਲਿਖਣਾ ਹੈ। ਮਿਆਰੀ ਰੂਪ ਵਿੱਚ ਮਤਲਬ 10 ਦੀ ਘਾਤ ਵਿੱਚ ਲਿਖਣਾ ਹੁੰਦਾ ਹੈ। ਠੀਕ ਹੈ, ਜੇਕਰ ਤੁਹਾਡਾ ਦਸ਼ਮਲਵ ਸੱਜੇ ਹੱਥ ਨੂੰ ਜਾ ਰਿਹਾ ਹੈ ਤੇ ਘਾਤ ਕੀ ਆਣੀ ਹੈ? ਮਾਈਨਸ ਵਿੱਚ। जेकर तुहाडा दशमलव खब्बे हथ नूं आ रहा है तो घात की जानी है तुहाडी प्लस विच। ठीक है बच्चों, आ चीज़ तुहानूं समझ आ गई होनी है। तुसीं पिछले लैक्चर विच भी कीता है कि असीं किद्दां वड्डियां रकमां नूं म्यारी रूप दे विच लिखना है। हुण असीं करांगे म्यारी रूप जेकर सानूं दित्ता होया ते म्यारी रूप तो असीं सधारण रूप विच किद्दां लिखना है। म्यारी रूप तो सधारण रूप विच लिखण वास्ते जिद्दां मान लो तुहानूं दित्ता होया है 2.4 गुना 10 ਦੀ ਘਾਤ 3। 10 ਦੀ ਘਾਤ 3 ਦਾ मतलब ਕੀ ਹੈ ਕਿ ਇਹ ਦਸ਼ਮਲਵ ਜਿਹੜਾ ਹੈਗਾ ਉਹ 3 ਅੱਖਰ ਪਿੱਛੇ ਚਲ ਜਾਣਾ ਹੈ। ਦਸ਼ਮਲਵ ਦੇ ਪਿੱਛੇ ਤਾਂ ਇੱਕ ਅੱਖਰ ਹੀ ਦਿੱਤਾ ਹੈ, ਤਾਂ ਇਹਦਾ मतलब 2 ਕੀ ਪਾਤੀ ਅਸੀਂ? 0 ਪਾਤੀਆਂ। ਠੀਕ ਹੈ, 2.78 ਗੁਣਾ 10 ਦੀ ਘਾਤ -3। -3 ਦਾ मतलब ਕੀ ਹੈ ਕਿ ਆ ਦਸ਼ਮਲਵ ਤੁਹਾਡਾ 3 ਨਿਸ਼ਾਨ ਅੱਗੇ ਜਾਏਗਾ ਤੇ ਇਹਨੂੰ ਅਸੀਂ 3 ਅੱਗੇ 1 ਹੀ ਹੈਗਾ, ਅੱਗੇ 2 ਹੋਰ ਲਿਖ ਦਾਂਗੇ 0.00278। ठीक है, आ चीज आज पूरा इत्थे दशमलव हटा के इनू पूरा एक्सप्लेनेशन के साथ तुसीं पिछे लैक्चर विच कर चुके हो। ਇਹਦੇ ਵਿੱਚ ਮੈਂ ਸਿਰਫ ਆ ਦੱਸਿਆ ਤੁਹਾਨੂੰ ਕਿ ਜੇਕਰ ਘਾਤ ਪਲੱਸ ਦੇ ਵਿੱਚ ਹੋਵੇ ਤਾਂ ਇਹਦਾ ਮਤਲਬ ਜਿਹੜੀ ਦਸ਼ਮਲਵ ਹੈ ਉਹ ਤੁਹਾਡੀ ਸੱਜੇ ਹੱਥ ਨੂੰ ਜਾਏਗੀ, ਮਾਈਨਸ ਵਿੱਚ ਹੋਵੇ ਤਾਂ ਦਸ਼ਮਲਵ ਕਿਹੜੀ? ਖੱਬੇ ਹੱਥ ਨੂੰ ਜਾਏਗੀ। ठीक है, 2.78 -3 ਸੀਗੀ, ਇਸ ਕਰਕੇ -3 3 ਅੱਖਰ ਅੱਗੇ ਆਣੀ ਸੀਗੀ, 1 2 3 ਅੱਖਰ ਅੱਗੇ ਆ ਕੇ
ਆ ਤੁਹਾਡਾ ਦਸ਼ਮਲਵ ਲੱਗਿਆ। ਇਹਦੇ ਵਿੱਚ ਪਲੱਸ ਦੀ ਸੀਗੀ 3 ਅੱਖਰ ਪਿੱਛੇ ਜਾਣਾ ਸੀਗਾ, 1 2 3 ਅੱਖਰ ਦਸ਼ਮਲਵ ਪਿੱਛੇ ਚਲੇ ਗਿਆ। ਪਿੱਛੇ ਜਾ ਕੇ ਇੱਥੇ ਅਸੀਂ ਦਸ਼ਮਲਵ ਦੇ ਬਾਅਦ ਲਿਖੇ ਜਾਂ ਨਾ ਲਿਖੀਏ ਸਾਨੂੰ ਕੋਈ ਇਹਦਾ ਇਸ ਦਸ਼ਮਲਵ ਦਾ ਇੰਨਾ ਫਰਕ ਨਹੀਂ ਪੈਂਦਾ, ਕਿਉਂਕਿ ਜੇਕਰ ਲਿਖਦੇ ਆ ਤਾਂ ਵੀ ਇਹਨੂੰ ਅਸੀਂ 2400 ਹੀ ਪੜਾਂਗੇ, ਜੇਕਰ ਅਸੀਂ ਨਹੀਂ ਲਿਖਦੇ ਤਾਂ ਵੀ ਅਸੀਂ ਇਹਨੂੰ 2400 ਹੀ ਪੜਾਂਗੇ। ਠੀਕ ਹੈ ਬੱਚਿਓ, ਤਾਂ ਇਹ ਚੀਜ਼ ਤੁਸੀਂ ਹੁਣ ਚੰਗੀ ਤਰ੍ਹਾਂ ਸਮਝ ਲਈ ਹੈ ਕਿ ਅਸੀਂ ਕਿੱਦਾਂ ਵੱਡੀਆਂ ਸੰਖਿਆਵਾਂ ਨੂੰ ਮਿਆਰੀ ਰੂਪ ਵਿੱਚ ਬਦਲਣਾ ਹੈ ਤੇ ਕਿੱਦਾਂ ਮਿਆਰੀ ਸੰਖਿਆਵਾਂ ਨੂੰ ਅਸੀਂ ਸਧਾਰਨ ਰੂਪ ਦੇ ਵਿੱਚ ਲਿਖਣਾ ਹੈ। ਹੁਣ ਅਸੀਂ ਕਰਨਾ ਹੈ ਇਹਨਾਂ ਦੀਆਂ ਤੁਲਨਾ, ਕਿ ਜੇਕਰ ਸਾਨੂੰ ਮਿਆਰੀ ਰੂਪ ਵਿੱਚ ਸੰਖਿਆਵਾਂ ਦਿੱਤੀਆਂ ਤੇ ਅਸੀਂ ਉਹਨਾਂ ਦੀਆਂ ਤੁਲਨਾ ਕਿੱਦਾਂ ਕਰਨੀ ਹੈ। ਮਤਲਬ ਵੱਡੀਆਂ ਸੰਖਿਆਵਾਂ ਦੀ ਛੋਟੀਆਂ ਸੰਖਿਆਵਾਂ ਨਾਲ ਤੁਲਨਾ, ਵੱਡੀਆਂ ਸੰਖਿਆਵਾਂ ਦੀ ਛੋਟੀਆਂ ਸੰਖਿਆਵਾਂ ਨਾਲ ਤੁਲਨਾ। ਇਹਦੇ ਵਾਸਤੇ ਅਸੀਂ ਕੀ ਕਰਨਾ ਹੈ, ਦੇਖੋ ਬੱਚਿਓ ਅਸੀਂ ਇੱਕ ਐਗਜ਼ਾਮਪਲ ਲੈ ਰਹੇ ਹਾਂ, ਇੱਕ ਉਦਾਹਰਨ ਅਸੀਂ ਲੈ ਰਹੇ ਹਾਂ ਕਿ ਮੰਨ ਲਓ ਸਾਡੇ ਕੋਲ ਸੂਰਜ ਦਾ ਵਿਆਸ ਹੈਗਾ, ਮੰਨ ਲਓ ਸੂਰਜ ਦਾ ਵਿਆਸ, ਸੂਰਜ ਦਾ ਵਿਆਸ ਅਸੀਂ ਕਿੰਨਾ ਲੈ ਕੇ ਚਲੇ ਆ, ਸੂਰਜ ਦਾ ਵਿਆਸ ਹੈਗਾ 1.4 ਗੁਣਾ 10 ਦੀ ਘਾਤ 9 ਮੀਟਰ। ਠੀਕ ਹੈ ਬੱਚਿਓ, ਮੰਨ ਲਓ ਸੂਰਜ ਦਾ ਵਿਆਸ 1.4 ਗੁਣਾ 10 ਦੀ ਘਾਤ 9 ਮੀਟਰ ਅਤੇ ਮੰਨ ਲਓ ਪ੍ਰਿਥਵੀ ਦਾ ਵਿਆਸ, ਪ੍ਰਿਥਵੀ ਦਾ ਵਿਆਸ ਕਿੰਨਾ ਆ ਜਾਣਾ ਹੈ ਸਾਡੇ ਕੋਲ, ਪ੍ਰਿਥਵੀ ਦਾ ਵਿਆਸ 1.2756 ਗੁਣਾ 10 ਦੀ ਘਾਤ 7 ਮੀਟਰ। ਠੀਕ ਹੈ, ਅਸੀਂ ਸੂਰਜ ਦੇ ਵਿਆਸ ਅਤੇ ਪ੍ਰਿਥਵੀ ਦੇ ਵਿਆਸ ਦੀ ਤੁਲਨਾ ਕਰਨੀ ਹੈ। ਇਹਨਾਂ ਦੀ ਤੁਲਨਾ ਵਾਸਤੇ ਅਸੀਂ ਕੀ ਕਰਾਂਗੇ, ਸੂਰਜ ਦਾ ਵਿਆਸ ਬਟਾ ਵਿਆਸ ਲਿਖਣਾ ਸੀ ਇੱਥੇ, ਸੂਰਜ ਦਾ ਵਿਆਸ ਬਟਾ ਪ੍ਰਿਥਵੀ ਦਾ ਵਿਆਸ। ਸੂਰਜ ਦਾ ਵਿਆਸ ਹੈਗਾ ਸਾਡੇ ਕੋਲ 1.4 ਗੁਣਾ 10 ਦੀ ਘਾਤ 9 ਤੇ ਪ੍ਰਿਥਵੀ ਦਾ ਵਿਆਸ ਹੈ 1.2756 ਗੁਣਾ 10 ਦੀ ਘਾਤ 7। ਹੁਣ ਇਹਨੂੰ ਹੱਲ ਕਰਨ ਵਾਸਤੇ ਅਸੀਂ 1.4 ਤੇ ਥੱਲੇ ਹੈਗਾ 1.2756 ਗੁਣਾ, ਸਭ ਤੋਂ ਪਹਿਲਾਂ ਜਦੋਂ ਇਹਨਾਂ ਨੂੰ ਭਾਗ ਕਰ ਰਹੇ ਹਾਂ ਅਸੀਂ, ਉੱਪਰ ਅਸੀਂ ਲਿਖਿਆ ਸੂਰਜ ਦਾ ਵਿਆਸ, ਥੱਲੇ ਅਸੀਂ ਲਿਖ ਰਹੇ ਹਾਂ ਪ੍ਰਿਥਵੀ ਦਾ ਵਿਆਸ। ਇਹਨਾਂ ਨੂੰ ਅਸੀਂ ਪ੍ਰੋਪਰ ਡਿਵੀਜ਼ਨ ਨਹੀਂ ਦੇ ਰਹੇ, ਪ੍ਰੋਪਰ ਭਾਗ ਨਹੀਂ ਕਰ ਰਹੇ ਹਾਂ, ਅਸੀਂ ਇਹਨਾਂ ਦੀ ਤੁਲਨਾ ਕਰ ਰਹੇ ਹਾਂ। ਤੇ ਤੁਲਨਾ ਵਾਸਤੇ ਅਸੀਂ ਇਹਨਾਂ ਨੂੰ ਨਹੀਂ, ਸਿਰਫ ਪਹਿਲਾਂ ਕੀ ਕਰਨਾ ਹੈ 10 ਦੀ ਜਿਹੜੀ ਘਾਤ ਹੈਗੀ ਉਹਨੂੰ ਛੇੜਨਾ ਹੈ। ਇੱਥੇ ਹੈਗੀ 10 ਦੀ ਘਾਤ 9, ਆ ਜਿਹੜੀ 7 ਹੈਗੀ ਇਹ ਉੱਪਰ ਜਾ ਕੇ ਤੁਹਾਡੀ ਬਣ ਜਾਣੀ -7। ਠੀਕ ਹੈ, -7 ਹੋਗੀ ਤਾਂ ਉੱਪਰ 9 ਹੈਗਾ, 9 ਵਿੱਚੋਂ ਕੀ ਹੋ ਗਿਆ -7। ਇਹ ਆ ਗਿਆ ਤੁਹਾਡੇ ਕੋਲ 1.4 ਬਟਾ 1.2756 ਗੁਣਾ 10 ਦੀ ਘਾਤ 2। ਇਹ ਆ ਗਿਆ ਤੁਹਾਡੇ ਕੋਲ 1.4 ਗੁਣਾ 10 ਦੀ ਘਾਤ 2 ਮਤਲਬ ਕੀ ਹੈ 100, ਤੇ ਥੱਲੇ ਅਸੀਂ ਇਹਨੂੰ ਰਾਉਂਡ ਆਫ ਕਰਕੇ ਕਰ ਦਾਂਗੇ 1.3। 1.27 ਹੈਗਾ ਨਾ, 7 5 ਤੋਂ ਵੱਡਾ ਨੰਬਰ ਹੈਗਾ, ਇਸ ਕਰਕੇ 2 ਕੀ ਬਣ ਗਿਆ ਤੁਹਾਡਾ 3। ਇਹ ਆ ਗਿਆ ਤੁਹਾਡਾ 1.3। ਹੁਣ ਦੇਖੋ 1.4 ਤੇ 1.3 ਆਲਮੋਸਟ ਇੱਕੋ ਜਿਹੇ ਹੈਗੇ, ਬਰਾਬਰ ਹੀ ਹੈਗੇ। ਅਸੀਂ ਇਹਨਾਂ ਨੂੰ ਡਿਵਾਈਡ ਵੀ ਕਰੀਏ, ਜੇਕਰ ਭਾਗ ਵੀ ਕਰੀਏ ਤਾਂ 0 ਸਮਥਿੰਗ ਹੀ ਆਣਾ ਹੈ, ਤਾਂ ਇਸ ਕਰਕੇ ਆ ਕੀ ਹੈਗੇ ਬਰਾਬਰ ਹੀ ਹੈਗੇ। ਬਰਾਬਰ ਹੈਗੇ ਤਾਂ ਸਾਡੇ ਕੋਲ ਕੀ ਰਹਿ ਗਿਆ ਸਿਰਫ 100। ਠੀਕ ਹੈ, ਜੇਕਰ ਇਹ ਬਰਾਬਰ ਹੋਣ, ਇਹ ਆਪਸ ਚ ਕੱਟ ਵੀ ਜਾਣ ਤਾਂ ਸਾਡੇ ਕੋਲ ਕੀ ਬਚ ਜਾਣਾ ਹੈ 100। ਸੂਰਜ ਦਾ ਵਿਆਸ ਤੇ ਪ੍ਰਿਥਵੀ ਦਾ ਵਿਆਸ, ਇਹਨਾਂ ਦੀ ਅਸੀਂ ਤੁਲਨਾ ਕਰਨੀ ਸੀਗੀ। ਇਹ ਸੀਗਾ 1.4 ਗੁਣਾ 10 ਦੀ ਘਾਤ 9, ਪ੍ਰਿਥਵੀ ਦਾ ਵਿਆਸ ਸੀਗਾ 1.2756 ਗੁਣਾ 10 ਦੀ ਘਾਤ 7 ਮੀਟਰ। ਤੁਲਨਾ ਵਾਸਤੇ ਅਸੀਂ ਉੱਪਰ ਸੂਰਜ ਦਾ ਵਿਆਸ ਲਿਖਿਆ, ਥੱਲੇ ਪ੍ਰਿਥਵੀ ਦਾ ਵਿਆਸ ਲਿਖਿਆ। ਹੁਣ ਇਹਨਾਂ ਦੀ ਜਿਹੜੀ 10 ਦੀ ਘਾਤ ਸੀਗੀ 9 ਤੇ 7, ਉਹਨਾਂ ਨੂੰ ਹੱਲ ਕੀਤਾ, 9 - 7 ਬਣ ਗਿਆ 2, ਜਿਹੜਾ ਕਿ ਆ ਗਿਆ 100। ਇਹਨਾਂ ਨੂੰ ਜੇਕਰ ਆਪਸ ਚ ਕੱਢ ਦਿੱਤੀ ਤਾਂ ਇਹ ਕੀ ਬਚ ਜਾਣਾ, ਸਿਰਫ 100 ਬਚ ਜਾਣਾ। ਠੀਕ ਹੈ, ਅਸੀਂ ਇਹ ਸਿਰਫ ਲਗਭਗ ਵਾਲਾ ਲੈਂਦੇ ਆ, ਅਸੀਂ ਐਗਜ਼ੈਕਟ ਨਹੀਂ ਲੈ ਰਹੇ, ਇਹ ਪ੍ਰੋਪਰ ਨਹੀਂ ਕੱਟਣਾ, ਪਰ ਲਗਭਗ ਇਹ 100 ਦੇ ਬਰਾਬਰ ਹੈ। ਇਹਦਾ ਮਤਲਬ ਕੀ ਹੈਗਾ ਕਿ ਸੂਰਜ ਦਾ ਵਿਆਸ ਜਿਹੜਾ ਹੈਗਾ ਉਹ ਪ੍ਰਿਥਵੀ ਦੇ ਵਿਆਸ ਦਾ
लगभग कितना हैगा 100 गुना है। ठीक है बच्चे, की हैगा लगभग 100 गुना है, क्योंकि ਜਦੋਂ ਅਸੀਂ ਇਹਨਾਂ ਨੂੰ ਹੱਲ ਕਰ ਰਹੇ ਹਾਂ ਤਾਂ ਸਾਨੂੰ ਹੱਲ ਕਰਕੇ ਇੱਥੇ ਕੀ ਮਿਲ ਰਿਹਾ ਹੈ 100 ਮਿਲ ਰਿਹਾ ਹੈ। ਇਸ ਦਾ ਮਤਲਬ ਕੀ ਹੈ ਕਿ ਜਿਹੜਾ ਸੂਰਜ ਦਾ ਵਿਆਸ ਹੈ ਉਹ ਸੂਰਜ ਦਾ ਵਿਆਸ ਅਸੀਂ ਉੱਪਰ ਲਿਖਿਆ ਸੀਗਾ, ਸੂਰਜ ਦਾ ਵਿਆਸ ਪ੍ਰਿਥਵੀ ਦੇ ਵਿਆਸ ਦਾ 100 ਗੁਣਾ ਹੈ, ਕਿਉਂਕਿ ਅਸੀਂ ਪ੍ਰਿਥਵੀ ਦੇ ਵਿਆਸ ਨੂੰ ਹੀ ਇੱਥੇ ਲੈ ਕੇ ਆਵਾਂਗੇ 100 ਕੋਲ। ਸੂਰਜ ਦਾ ਵਿਆਸ ਪ੍ਰਿਥਵੀ ਦੇ ਵਿਆਸ ਦਾ 100 ਗੁਣਾ ਹੈ। ਉੱਪਰ ਵਾਲੀ ਰਕਮ ਜਿਹੜੀ ਹੈਗੀ ਸੂਰਜ ਦਾ ਵਿਆਸ ਉਹ 100 ਗੁਣਾ ਕਿਹਦਾ ਹੈਗਾ ਥੱਲੇ ਵਾਲਾ ਪ੍ਰਿਥਵੀ ਦੇ ਵਿਆਸ ਤੇ। ਠੀਕ ਹੈ ਬੱਚਿਓ, ਉਮੀਦ ਕਰਦੀ ਹਾਂ ਤੁਲਨਾ ਤੁਹਾਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਹੈ ਕਿ ਅਸੀਂ ਜੇਕਰ ਸਾਨੂੰ ਦੋ ਸੰਖਿਆਵਾਂ ਮਿਆਰੀ ਰੂਪ ਵਿੱਚ ਦਿੱਤੀ ਹੈ ਤੇ ਅਸੀਂ ਉਹਨਾਂ ਦੀਆਂ ਤੁਲਨਾ ਕਿੱਦਾਂ ਕਰਨੀ ਹੈ। ਇਹਦੇ ਨਾਲ ਦਾ ਹੀ ਅਸੀਂ ਇੱਕ ਹੋਰ ਐਗਜ਼ਾਮਪਲ ਲੈਣੇ ਆ, ਇੱਕ ਹੋਰ ਉਦਾਹਰਨ ਲਵਾਂਗੇ ਜਿਹਦੇ ਵਿੱਚ ਵੀ ਸਾਨੂੰ ਇਹ ਪਤਾ ਲੱਗ ਜਾਣਾ ਹੈ ਕਿ ਅਸੀਂ ਮਿਆਰੀ ਰੂਪ ਵਿੱਚ ਜਿਹੜੀ ਸੰਖਿਆਵਾਂ ਸਾਨੂੰ ਦਿੱਤੀਆਂ ਹੁੰਦੀਆਂ ਅਸੀਂ ਉਹ ਸੰਖਿਆਵਾਂ ਦਾ ਤੁਲਨਾ ਕਿੱਦਾਂ ਕਰਨੀ ਹੈ, ਉਹਨਾਂ ਦਾ ਕੰਪੈਰੀਜ਼ਨ ਅਸੀਂ ਕਿੱਦਾਂ ਕਰਨਾ ਹੈ। ਠੀਕ ਹੈ ਬੱਚਿਓ, ਕਰਨਾ ਇਹੀ ਹੁੰਦਾ ਹੈ, ਅਸੀਂ ਉਹਨਾਂ ਨੂੰ ਇੱਕ ਰਕਮ ਨੂੰ ਉੱਪਰ ਤੇ ਦੂਜੀ ਰਕਮ ਨੂੰ ਥੱਲੇ ਲਿਖ ਕੇ ਚੈੱਕ ਕਰਨਾ ਹੁੰਦਾ ਹੈ। ਜਿੱਦਾਂ ਹੁਣ ਮੰਨ ਲਓ ਤੁਹਾਡੇ ਕੋਲ ਹੈਗਾ ਇੱਕ ਹੋਰ ਕੁਐਸਚਨ, ਮੰਨ ਲਓ ਸਾਡੇ ਬਲੱਡ ਦੀਆਂ ਕੋਸ਼ਿਕਾਵਾਂ, ਮੰਨ ਲਓ ਸਾਡੇ ਬਲੱਡ ਦੀਆਂ ਕੋਸ਼ਿਕਾਵਾਂ ਉਹ ਸਾਨੂੰ ਦਿੱਤੀ ਹੈ 0.0000007 मीटर। ठीक है, ये सानू अपने ब्लड दियां कोशिकावां दित्तियां माप दियां हन, जबकि पौधियां दियां कोशिकावां ਜਿਹੜੀਆਂ ब्लड दियां कोशिकावां हैगियां ਉਹ ਤਾਂ 0.0000007 ਮਾਪ ਦੀਆਂ ਹਨ ਤੇ ਪੌਦਿਆਂ ਦੀਆਂ ਕੋਸ਼ਿਕਾਵਾਂ ਜਿਹੜੀਆਂ ਹੈਗੀਆਂ ਉਹ 0.0000127 ਐਨੇ ਮਾਪ ਦੀਆਂ ਹਨ। ਠੀਕ ਹੈ, ਹੁਣ ਅਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਜਿਹੜੀ ਬਲੱਡ ਦੀਆਂ ਕੋਸ਼ਿਕਾਵਾਂ ਅਤੇ ਪੌਦਿਆਂ ਦੀਆਂ ਕੋਸ਼ਿਕਾਵਾਂ ਹੈ ਇਹਨਾਂ ਦੀਆਂ ਤੁਲਨਾ ਵਾਸਤੇ ਇਹਨਾਂ ਦੋਨਾਂ ਵੱਡੀਆਂ ਸੰਖਿਆਵਾਂ ਨੂੰ ਅਸੀਂ ਮਿਆਰੀ ਰੂਪ ਦੇ ਵਿੱਚ ਬਦਲਣਾ ਹੈ। ਤੇ ਮਿਆਰੀ ਰੂਪ ਵਿੱਚ ਬਦਲਣ ਵਾਸਤੇ ਸਭ ਤੋਂ ਪਹਿਲਾਂ ਉਹੀ ਬਲੱਡ ਦੀਆਂ ਕੋਸ਼ਿਕਾਵਾਂ, ਬਲੱਡ ਦੀਆਂ ਕੋਸ਼ਿਕਾਵਾਂ ਸੀਗੀਆਂ 0.0007, ਇਹਨੂੰ ਅਸੀਂ ਮਿਆਰੀ ਰੂਪ ਵਿੱਚ ਲਿਖਾਂਗੇ ਤਾਂ ਇਹ ਬਣ ਜਾਣਾ ਹੈ 7.12345 7.-6। ठीक है बच्चों, ਤੇ ਉਹਦੇ ਬਾਅਦ ਸੀਗੀਆਂ ਪੌਦਿਆਂ ਦੀਆਂ ਕੋਸ਼ਿਕਾਵਾਂ, ਇਹਨੂੰ ਵੀ ਅਸੀਂ ਮਿਆਰੀ ਰੂਪ ਵਿੱਚ ਲਿਖਾਂਗੇ। ਪੌਦਿਆਂ ਦੀਆਂ ਕੋਸ਼ਿਕਾਵਾਂ ਸੀਗੀਆਂ ਸਾਡੇ ਕੋਲ 0.0000127 ਇਹਨੂੰ ਅਸੀਂ ਲਿਖਾਂਗੇ 1.274 ਗੁਣਾ 10 ਦੀ ਘਾਤ -5। ਇੱਥੇ ਗਿਆ ਨਾ ਦਸ਼ਮਲਵ ਤੁਹਾਡਾ 1 2 3 4 5 ਅੱਖਰ ਪਿੱਛੇ ਗਿਆ ਤਾਂ ਅਸੀਂ ਘਾਤ ਲਿਖਤੀ -5। ਇੱਥੇ 1 2 3 4 5 6 ਅੱਖਰ ਪਿੱਛੇ ਗਿਆ ਸੀਗਾ, ਇੱਥੇ ਆ ਗਈ ਸੀ 10 ਦੀ ਘਾਤ 6। ਹੁਣ ਇਹਨਾਂ ਦੀਆਂ ਤੁਲਨਾ ਕਰਨੀ ਹੈ। ਤੁਲਨਾ ਵਾਸਤੇ ਆਪਾਂ ਲਿਖਾਂਗੇ ਉੱਪਰ ਲਿਖਤਾ ਬਲੱਡ ਦੀਆਂ ਕੋਸ਼ਿਕਾਵਾਂ ਤੇ ਥੱਲੇ ਅਸੀਂ ਲਿਖ ਦੇਣੀ ਹੈ ਪੌਦਿਆਂ ਦੀਆਂ ਕੋਸ਼ਿਕਾਵਾਂ। ठीक है बच्चे, ब्लड ਦੀਆਂ ਕੋਸ਼ਿਕਾਵਾਂ ਸੀਗੀਆਂ ਸਾਡੇ ਕੋਲ 7 ਗੁਣਾ 10 ਦੀ ਘਾਤ -6 ਤੇ ਥੱਲੇ ਪੌਦਿਆਂ ਦੀਆਂ ਕੋਸ਼ਿਕਾਵਾਂ ਹੈਗੀਆਂ 1.274 ਗੁਣਾ 10 ਦੀ ਘਾਤ -5। ਪਹਿਲਾਂ ਅਸੀਂ 10 ਦੀ ਘਾਤ ਨੂੰ ਹੀ ਹੱਲ ਕਰਨਾ ਹੈ। ਇਹ ਆ ਗਿਆ 7 ਬਟਾ, ਇਹਨੂੰ ਰਾਉਂਡ ਆਫ ਕਰਕੇ ਕਰ ਦਾਂਗੇ 1.3। ठीक है, गुना 10 ਦੀ ਘਾਤ -6। ਆ ਜਿਹੜਾ ਮਾਈਨਸ ਦਾ ਹੈ ਇਹ ਉੱਪਰ ਜਾ ਕੇ ਹੁਣ ਕੀ ਹੋ ਜਾਣਾ ਹੈ ਜਮਾ ਦਾ। ਇਹ ਆ ਗਿਆ 7/1.3 ਗੁਣਾ 10 ਦੀ ਘਾਤ -1। ठीक है, -1 करके 7/1.3 गुना 10 बन जाना है। ये आ गया 7/13। 7/13 ਹੁਣ ਆ ਦੇਖੋ 7 दूनी 14 ਹੁੰਦਾ ਹੈ, ਇੱਥੇ 13 ਹੈਗਾ, ਇਹਦਾ ਮਤਲਬ ਇਹ ਵੀ ਕੀ ਆ ਗਿਆ ਲਗਭਗ 1/2 ਲਗਭਗ। ਠੀਕ ਹੈ, ਅਸੀਂ ਪੂਰਾ ਨਹੀਂ ਡਿਵਾਈਡ ਕਰਕੇ ਦਸ਼ਮਲਵ ਵਿੱਚ ਨਹੀਂ ਕੱਢਿਆ, ਅਸੀਂ ਇਹਦਾ ਵੀ ਲਗਭਗ ਲਿਖਿਆ ਹੈਗਾ ਕਿ ਇਹ ਹੱਲ ਕਰਨ ਤੇ ਕਿੰਨਾ ਆ ਗਿਆ 1/2 ਲਗਭਗ। ਕੀ ਸੀਗਾ ਇਹਦੇ ਵੀ ਸਾਨੂੰ ਬਲੱਡ ਦੀਆਂ ਕੋਸ਼ਿਕਾਵਾਂ ਦਿੱਤੀਆਂ ਸੀਗੀਆਂ 0.0000007
ਤੇ ਪੌਦਿਆਂ ਦੀਆਂ ਕੋਸ਼ਿਕਾਵਾਂ ਦਿੱਤੀਆਂ ਸੀਗੀਆਂ 0.00001274। ਅਸੀਂ ਸਭ ਤੋਂ ਪਹਿਲਾਂ ਕੀ ਕੀਤਾ, ਇਹਨਾਂ ਕੋਸ਼ਿਕਾਵਾਂ ਨੂੰ ਅਸੀਂ ਮਿਆਰੀ ਰੂਪ ਵਿੱਚ ਲਿਖਿਆ। ਬਲੱਡ ਦੀਆਂ ਕੋਸ਼ਿਕਾਵਾਂ ਬਣ ਗਿਆ 7 ਗੁਣਾ 10 ਦੀ ਘਾਤ -6, ਜਦਕਿ ਪੌਦਿਆਂ ਦੀਆਂ ਕੋਸ਼ਿਕਾਵਾਂ ਬਣ ਗਈਆਂ 1.247 ਗੁਣਾ 10 ਦੀ ਘਾਤ -5। ਹੁਣ ਅਸੀਂ ਇਹਨਾਂ ਦੀਆਂ ਤੁਲਨਾ ਕਰਨੀ ਸੀਗੀ, ਬਲੱਡ ਦੀਆਂ ਕੋਸ਼ਿਕਾਵਾਂ ਬਟਾ ਪੌਦਿਆਂ ਦੀਆਂ ਕੋਸ਼ਿਕਾਵਾਂ। ਬਲੱਡ ਦੀਆਂ ਕੋਸ਼ਿਕਾਵਾਂ ਥੱਲੇ ਕੀ ਲਿਖਿਆ, ਪੌਦਿਆਂ ਦੀਆਂ 10 ਦੀ ਘਾਤ ਸੀਗੀ -6, ਇੱਥੇ ਸੀਗੀ -5। ਇਹ ਉੱਪਰ ਜਾ ਕੇ ਕੀ ਬਣ ਗਈ, ਜਮਾ ਦੀ 5, -6 ਜਮਾ 5 ਕਿੰਨਾ ਆ ਗਿਆ, -1। ਆ ਜਿਹੜਾ -1 ਸੀਗਾ ਇਹ -1 ਤੋਂ ਅੱਧਾ ਥੱਲੇ ਚਲ ਜਾਏਗਾ, 1.3 ਗੁਣਾ 10, ਇਹਨਾਂ ਨੂੰ ਹੱਲ ਕਰਕੇ ਇੱਥੇ ਆ ਗਿਆ 13। 7/13 ਕਿੰਨਾ ਆ ਗਿਆ, 1/2। ਇਹਦਾ ਮਤਲਬ ਬਲੱਡ ਦੀਆਂ ਕੋਸ਼ਿਕਾਵਾਂ ਪੌਦਿਆਂ ਦੀਆਂ ਕੋਸ਼ਿਕਾਵਾਂ ਦੀਆਂ ਅੱਧੀਆਂ ਹਨ। ਠੀਕ ਹੈ, 1/2 ਭਾਗ ਹੈ। ਬਲੱਡ ਦੀਆਂ ਕੋਸ਼ਿਕਾਵਾਂ ਜਿਹੜੀਆਂ ਹੈਗੀਆਂ ਉਹ ਪੌਦਿਆਂ ਦੀਆਂ ਕੋਸ਼ਿਕਾਵਾਂ ਦਾ 1/2 ਭਾਗ ਹੈ। ਸਮਝ ਆ ਗਈ ਬੱਚੇ ਤੁਹਾਨੂੰ ਇਹ ਚੀਜ਼, ਕਿ ਅਸੀਂ ਤੁਲਨਾ ਕਰਨ ਵਾਸਤੇ ਇਹਨਾਂ ਦੀਆਂ ਕੋਸ਼ਿਕਾਵਾਂ ਦੀਆਂ ਅਨੁਪਾਤ ਕੱਢਿਆ, ਇਹਨਾਂ ਦੀਆਂ ਕੋਸ਼ਿਕਾਵਾਂ ਦਾ ਅਨੁਪਾਤ। ਠੀਕ ਹੈ, ਅਨੁਪਾਤ ਕੀ ਆ ਗਿਆ, 1/2। ਹਰ ਇੱਕ ਦੇ ਵਿੱਚ ਅਸੀਂ ਕੀ ਕਰਨਾ ਹੈ, ਦੋਨਾਂ ਚੀਜ਼ਾਂ ਨੂੰ ਇੱਕ ਦੂਜੇ ਦੇ ਥੱਲੇ ਬਟੇ ਵਿੱਚ ਲਿਖਣਾ ਹੈ। ਮਤਲਬ ਕਿ ਇਹਨਾਂ ਦਾ ਅਨੁਪਾਤ ਅਸੀਂ ਪਤਾ ਕਰਨਾ ਹੈ। ਜਿਹੜਾ ਇਹਨਾਂ ਦਾ ਅਨੁਪਾਤ ਆਂਦਾ ਹੈ ਉਹ ਕੀ ਹੈਗਾ, ਇਹਨਾਂ ਦੀਆਂ ਤੁਲਨਾ। ਅਸੀਂ ਇਸ ਦੀ ਹੀ ਇੱਕ ਹੋਰ ਐਗਜ਼ਾਮਪਲ ਲੈਣੇ ਆ, ਇੱਕ ਹੋਰ ਉਦਾਹਰਨ ਲੈਣੇ ਆ ਕਿ ਕਿੱਦਾਂ ਅਸੀਂ ਦੋ ਚੀਜ਼ਾਂ ਦੀਆਂ ਤੁਲਨਾ ਕਰ ਸਕਦੇ ਹਾਂ। ਇਹਦੇ ਵਿੱਚ ਹੁਣ ਤੁਸੀਂ ਮੰਨ ਲਓ ਕਿ ਸਾਡੇ ਕੋਲ ਇੱਕ ਹੈਗਾ A ਅਤੇ ਇੱਕ ਹੈਗਾ B। ਜਿਹੜਾ A ਨੰਬਰ ਹੈਗਾ ਸਾਡੇ ਕੋਲ, A ਨੰਬਰ ਤੁਹਾਨੂੰ ਦਿੱਤਾ ਹੋਇਆ 1.7 ਗੁਣਾ 10 ਦੀ ਘਾਤ 6 ਤੇ B ਅੰਕ ਸਾਨੂੰ ਦਿੱਤਾ ਹੋਇਆ 34.5 ਗੁਣਾ 10 ਦੀ ਘਾਤ 5। ਠੀਕ ਹੈ, ਅਸੀਂ A ਅਤੇ B ਦੀ ਤੁਲਨਾ ਕਰਨੀ ਹੈ। A ਅਤੇ B ਦੀ ਤੁਲਨਾ ਮਤਲਬ A ਅਤੇ B ਦਾ ਅਨੁਪਾਤ। ਪਹਿਲਾ ਹੈਗਾ A 1.7 ਗੁਣਾ 10 ਦੀ ਘਾਤ 6, ਦੂਜਾ ਹੈਗਾ 34.5 ਗੁਣਾ 10 ਦੀ ਘਾਤ 5। ਹੁਣ ਸਭ ਤੋਂ ਪਹਿਲਾਂ ਉਹੀ ਸੇਮ ਅਸੀਂ 10 ਦੀ ਘਾਤ ਨੂੰ ਹੱਲ ਕਰਨਾ ਹੈ। 1.7 34.5 ਗੁਣਾ ਵਿੱਚ ਆ ਜਾਣਾ ਤੁਹਾਡੇ ਕੋਲ 10 ਦੀ ਘਾਤ 6। ਆ ਜਿਹੜੀ ਜਮਾ ਵਾਲੀ ਘਾਤ ਹੈ ਉੱਪਰ ਜਾ ਕੇ ਕੀ ਹੋ ਜਾਣੀ ਹੈ, ਮਾਈਨਸ ਦੀ, ਤੇ ਆ ਜਿਹੜਾ 5 ਹੈਗਾ ਇਹ ਉੱਪਰ ਜਾ ਕੇ ਮਾਈਨਸ ਦਾ 5 ਹੋ ਜਾਣਾ ਹੈ, 6 - 5। ਇਹ ਆ ਗਿਆ ਤੁਹਾਡੇ ਕੋਲ 1.7 ਬਟਾ 34.5 ਗੁਣਾ 10 ਦੀ ਘਾਤ 1। 10 ਦੀ ਘਾਤ 1 ਮਤਲਬ 1.7 ਗੁਣਾ 10 ਤੇ 34.5 ਨੂੰ ਅਸੀਂ 34 ਲਿਖ ਸਕਦੇ ਹਾਂ। 1.7 ਗੁਣਾ 10 ਇਹ ਆ ਗਿਆ 17 ਬਟਾ 34 ਤੇ ਇਹਨਾਂ ਦਾ ਵੀ ਅਨੁਪਾਤ ਕੀ ਆ ਗਿਆ 1/2। ਇਹਦਾ ਮਤਲਬ ਜਿਹੜਾ A ਹੈਗਾ ਉਹ 1/2 B ਦੇ ਬਰਾਬਰ ਹੈਗਾ, B ਦਾ ਅੱਧਾ ਹੈਗਾ। A ਜਿਹੜਾ ਹੈਗਾ ਉਹਦਾ ਅਨੁਪਾਤ A ਅਤੇ B ਦਾ ਅਨੁਪਾਤ ਕੀ ਹੈਗਾ 1/2। ਠੀਕ ਹੈ ਬੱਚਿਓ, ਜਦੋਂ ਵੀ ਅਸੀਂ ਸਾਨੂੰ ਦੋ ਸੰਖਿਆਵਾਂ ਮਿਆਰੀ ਰੂਪ ਵਿੱਚ ਦਿੱਤੀਆਂ ਹੋਣ ਤੇ ਅਸੀਂ ਉਹਨਾਂ ਦੀ ਤੁਲਨਾ ਕਰਨੀ ਹੈ, ਉਹਦੇ ਵਾਸਤੇ ਅਸੀਂ ਕੀ ਕਰਨਾ ਹੈ, ਉਹਨਾਂ ਦਾ ਅਨੁਪਾਤ ਪਤਾ ਕਰਨਾ ਹੈ। ਜਿਹੜਾ ਉਹਨਾਂ ਦਾ ਅਨੁਪਾਤ ਆਏਗਾ ਉਹੀ ਮਤਲਬ ਉਹਨਾਂ ਦੀ ਤੁਲਨਾ ਹੈਗੀ, ਕਿ ਉਸ ਦਾ ਦੁਗਣਾ ਹੈਗਾ, ਤਿਗਣਾ ਹੈਗਾ, 100ਵਾਂ ਭਾਗ ਹੈਗਾ ਜਾਂ ਉਸ ਤੋਂ ਅੱਧਾ ਹੈਗਾ ਜਾਂ 1/4 ਹੈਗਾ। ਇਹ ਅਸੀਂ ਦੋ ਚੀਜ਼ਾਂ ਦੀਆਂ ਤੁਲਨਾ ਕਰਦੇ ਨੇ। ਠੀਕ ਹੈ ਬੱਚਿਓ, ਉਮੀਦ ਕਰਦੀ ਹਾਂ ਤੁਹਾਨੂੰ ਆ ਮਿਆਰੀ ਰੂਪ ਦੀਆਂ ਤੁਲਨਾਵਾਂ ਬਾਰੇ ਸਮਝ ਆ ਗਿਆ ਹੋਣਾ ਕਿ ਅਸੀਂ ਦੋ ਅੰਕਾਂ ਦੀਆਂ, ਦੋ ਵੱਡੀਆਂ ਸੰਖਿਆਵਾਂ ਦੀਆਂ ਜਾਂ ਵੱਡੀ ਅਤੇ ਛੋਟੀ ਸੰਖਿਆ ਦੀ ਤੁਲਨਾ ਅਸੀਂ ਕਿੱਦਾਂ ਕਰਦੇ ਨੇ। ਹੁਣ ਅਸੀਂ ਕਰਾਂਗੇ ਕਿ ਜੇਕਰ ਅਸੀਂ ਮਿਆਰੀ ਰੂਪ ਦੀਆਂ ਸੰਖਿਆਵਾਂ ਨੂੰ ਜੋੜਨਾ ਜਾਂ ਘਟਾਉਣਾ ਹੋਵੇ ਤੇ ਉਹ ਕਿੱਦਾਂ ਕਰਨਾ ਹੈਗਾ। ਇਹ ਤਾਂ ਸੀਗੀ ਮਿਆਰੀ ਰੂਪ ਦੀਆਂ ਸੰਖਿਆਵਾਂ ਦੀ ਤੁਲਨਾ। ਹੁਣ ਅਸੀਂ ਕਰਾਂਗੇ ਮਿਆਰੀ ਰੂਪ ਦੀਆਂ ਸੰਖਿਆਵਾਂ ਦਾ ਜੋੜ। ਮਿਆਰੀ ਸੰਖਿਆਵਾਂ ਦਾ ਜੋੜ, ਇਹਨਾਂ ਦੇ ਜੋੜ ਵਾਸਤੇ ਵੀ ਅਸੀਂ ਹੁਣ ਇੱਕ ਉਦਾਹਰਨ ਲਵਾਂਗੇ। ਪਹਿਲਾਂ ਉਦਾਹਰਨ ਕੀ ਹੈ ਤੁਹਾਡੇ ਕੋਲ ਕਿ ਮੰਨ ਲਓ ਪ੍ਰਿਥਵੀ ਦਾ ਪੁੰਜ, ਮੰਨ ਲਓ ਤੁਹਾਡੇ ਕੋਲ ਹੈਗਾ ਪ੍ਰਿਥਵੀ ਦਾ ਪੁੰਜ। ਪ੍ਰਿਥਵੀ ਦਾ ਪੁੰਜ ਹੈਗਾ 5.97 ਗੁਣਾ 10 ਦੀ ਘਾਤ 24 ਕਿਲੋਗ੍ਰਾਮ। ਠੀਕ ਹੈ,
ਪ੍ਰਿਥਵੀ ਦਾ ਪੁੰਜ ਹੈਗਾ ਤੁਹਾਡੇ ਕੋਲ 5.97 ਗੁਣਾ 10 ਦੀ ਘਾਤ 24 ਕਿਲੋਗ੍ਰਾਮ, ਜਦ ਕਿ ਚੰਦਰਮਾ ਦਾ ਪੁੰਜ ਹੈਗਾ, ਚੰਦਰਮਾ ਦਾ ਪੁੰਜ ਜਿਹੜਾ ਹੈਗਾ ਉਹ ਹੈਗਾ ਤੁਹਾਡੇ ਕੋਲ 7.35 ਗੁਣਾ 10 ਦੀ ਘਾਤ 22 ਕਿਲੋਗ੍ਰਾਮ। ਅਸੀਂ ਇਹਨਾਂ ਦੋਨਾਂ ਦਾ ਕੁੱਲ ਪੁੰਜ ਪਤਾ ਕਰਨਾ ਹੈ, मतलब ਪ੍ਰਿਥਵੀ ਦਾ ਪੁੰਜ ਜਮਾ ਚੰਦਰਮਾ ਦਾ ਪੁੰਜ। ਕੁੱਲ ਪੁੰਜ ਦਾ मतलब ਇਹਨਾਂ ਦੋਨਾਂ ਦੇ ਪੁੰਜ ਦਾ ਜੋੜ ਕਰਨਾ ਹੈ। ਪਹਿਲੇ ਦਾ ਪ੍ਰਿਥਵੀ ਦਾ ਪੁੰਜ ਸੀਗਾ 5.97 ਗੁਣਾ 10 ਦੀ ਘਾਤ 24 ਜਮਾ ਚੰਦਰਮਾ ਦਾ ਪੁੰਜ ਸੀਗਾ 7.35 ਗੁਣਾ 10 ਦੀ ਘਾਤ 22। ਹੁਣ ਦੇਖੋ ਇੱਥੇ 10 ਦੀ ਘਾਤ 24 ਹੈ, ਇੱਥੇ 10 ਦੀ ਘਾਤ 22 ਹੈ। ਜਿਹੜੀ ਛੋਟੀ ਘਾਤ ਹੈ ਤੁਸੀਂ ਉਹਦੇ ਵਿੱਚ ਇਹਨੂੰ ਬਦਲਣਾ ਹੈ। ਛੋਟੀ ਕਿਹੜੀ ਹੈ 24 ਅਤੇ 22 ਵਿੱਚੋਂ 22, ਤੇ ਇਹਦਾ मतलब 10 ਦੀ ਘਾਤ 24 ਜਿਹੜੀ ਹੈ ਉਹਨੂੰ ਵੀ ਅਸੀਂ 10 ਦੀ ਘਾਤ 22 ਵਿੱਚ ਬਦਲਾਂਗੇ। 22 ਵਿੱਚ ਬਦਲਣ ਵਾਸਤੇ 10 ਦੀ ਘਾਤ 2 ਗੁਣਾ 10 ਦੀ ਘਾਤ 22 ਕਰ ਦਾਂਗੇ ਜਮਾ 7.35 ਗੁਣਾ 10 ਦੀ ਘਾਤ 22। ਹੁਣ ਦੇਖੋ ਦੋਨਾਂ ਵਿੱਚ ਹੀ, ਇਹਦੇ ਵਿੱਚ ਵੀ ਹੈਗੀ 10 ਦੀ ਘਾਤ 22, ਇਹਦੇ ਵਿੱਚ ਵੀ ਹੈਗੀ 10 ਦੀ ਘਾਤ 22, ਤੇ ਇਹਨੂੰ ਛੱਡ ਕੇ ਅਸੀਂ ਬਾਕੀ ਦੀਆਂ ਸੰਖਿਆ ਨੂੰ हल करांगे। ये आ गया 5.97 गुना 10 दी घात 100 मतलब कितना आ गया तुहाडे कोल 100, 10 दी घात 2 मतलब 100 गुना 10 दी घात 22 जमा 7.35 गुना 10 दी घात 22। हुण इहनूं इहदे नाल गुना कर दांगे। ये आ गया 597 गुना 10 दी घात 22 जमा 7.35 गुना 10 दी घात 22। ਹੁਣ ਇਸ ਤੋਂ ਬਾਅਦ ਅਸੀਂ ਇਹਨੂੰ ਪਹਿਲਾਂ ਅਸੀਂ ਜਿਹੜੀ ਵਾਧੂ ਘਾਤ ਸੀਗੀ ਉਹਨੂੰ ਵੱਖਰਾ ਲਿਖ ਕੇ ਉਹਨੂੰ ਹੱਲ ਕਰਕੇ ਇਹਦੇ ਨਾਲ ਗੁਣਾ ਕੀਤਾ। ਇਹ ਹੁਣ ਆ ਗਿਆ ਤੁਹਾਡੇ ਕੋਲ 597 ਗੁਣਾ 10 ਦੀ ਘਾਤ 22, ਇਹ ਆ ਗਿਆ ਤੁਹਾਡੇ ਕੋਲ 7.35 ਗੁਣਾ 10 ਦੀ ਘਾਤ 22। ਹੁਣ ਅਸੀਂ ਸਿਰਫ ਜਮਾ ਕਿਹਨੂੰ ਕਰਨਾ ਹੈ 597 ਜਮਾ 7.35 ਗੁਣਾ ਵਿੱਚ ਕੀ ਆ ਗਿਆ ਤੁਹਾਡੇ ਕੋਲ 10 ਦੀ ਘਾਤ 22। 597 ਵਿੱਚ 7.35 ਨੂੰ ਜਦੋਂ ਅਸੀਂ ਜਮਾ ਕਰਾਂਗੇ ਇਹ ਆ ਗਿਆ 0.35 ਤੇ ਨਾਲ ਕੀ ਆ ਗਿਆ 604। ਇਹ ਬਣ ਗਿਆ ਤੁਹਾਡੇ ਕੋਲ 604.35 ਗੁਣਾ 10 ਦੀ ਘਾਤ 22 ਕਿਲੋਗ੍ਰਾਮ। ਠੀਕ ਹੈ ਬੱਚਿਓ, ਮਿਆਰੀ ਸੰਖਿਆਵਾਂ ਦਾ ਜੋੜ ਅਸੀਂ ਕਰਨਾ ਸੀਗਾ। ਪਹਿਲਾਂ ਅਸੀਂ ਕੀਤਾ ਕਿ ਵੱਡੀਆਂ ਸੰਖਿਆਵਾਂ ਨੂੰ ਕਿੱਦਾਂ ਅਸੀਂ ਮਿਆਰੀ ਰੂਪ ਵਿੱਚ ਲਿਖਦੇ ਹਾਂ, ਮਿਆਰੀ ਰੂਪ ਨੂੰ ਕਿੱਦਾਂ ਅਸੀਂ ਸਧਾਰਨ ਰੂਪ ਵਿੱਚ ਲਿਖਦੇ ਹਾਂ, ਫਿਰ ਅਸੀਂ ਵੱਡੀਆਂ ਤੇ ਛੋਟੀਆਂ ਸੰਖਿਆਵਾਂ ਦੀ ਤੁਲਨਾ ਕੀਤੀ। ਹੁਣ ਅਸੀਂ ਕਰ ਰਹੇ ਹਾਂ ਮਿਆਰੀ ਸੰਖਿਆਵਾਂ ਦਾ ਜੋੜ। ਇਹਦੇ ਵਿੱਚ ਅਸੀਂ ਇੱਕ ਲਿੱਤਾ ਪ੍ਰਿਥਵੀ ਦਾ ਪੁੰਜ, ਇੱਕ ਲਿੱਤਾ ਚੰਦਰਮਾ ਦਾ ਪੁੰਜ। ਇਹਨਾਂ ਦੋਨਾਂ ਦਾ ਅਸੀਂ ਕੁੱਲ ਪੁੰਜ ਪਤਾ ਕਰਨਾ ਸੀਗਾ। ਕੁੱਲ ਪੁੰਜ ਵਾਸਤੇ ਪ੍ਰਿਥਵੀ ਦਾ ਪੁੰਜ ਜਮਾ ਚੰਦਰਮਾ ਦਾ ਪੁੰਜ। ਇਹਦੀ ਘਾਤ ਸੀਗੀ 24, ਇਹਦੀ ਘਾਤ ਸੀਗੀ 22। ਸਭ ਤੋਂ ਪਹਿਲਾਂ ਅਸੀਂ ਇਹਨਾਂ ਦੋਨਾਂ ਦੀ ਘਾਤ ਬਰਾਬਰ ਕਰਨੀ ਸੀਗੀ ਤੇ ਇਹਦੀ 24 ਵਾਲੀ ਘਾਤ ਨੂੰ ਵੀ ਅਸੀਂ 22 ਬਣਾਤਾ। 22 ਵਾਲੀ ਨੂੰ 24 ਨਹੀਂ ਬਣਾਣਾ, 24 ਵਾਲੀ ਘਾਤ ਨੂੰ 22 ਬਣਾਣਾ ਹੈ। 22 ਬਣਾਉਣ ਵਾਸਤੇ ਇੱਥੇ 10 ਦੀ ਘਾਤ 2 ਗੁਣਾ 10 ਦੀ ਘਾਤ 22 ਕਰਤਾ। ਇਹ ਜਿਹੜਾ 10 ਦੀ ਘਾਤ 2 ਸੀਗਾ ਇਹਦਾ मतलब ਕੀ ਆ ਗਿਆ 100। 100 ਨੂੰ ਇਹਦੇ ਨਾਲ ਗੁਣਾ ਕੀਤਾ, ਇੱਥੇ ਵੀ ਆ ਗਈ 10 ਦੀ ਘਾਤ 22, ਇੱਥੇ ਵੀ ਆ ਗਈ 10 ਦੀ ਘਾਤ 22। ਅਸੀਂ ਉਹ ਕਾਮਨ ਕੱਢ ਕੇ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਜੋੜਤਾ। ਜੋੜਨ ਤੇ ਸਾਡੇ ਕੋਲ ਕਿੰਨਾ ਆ ਗਿਆ ਕੁੱਲ ਪੁੰਜ 604.35 ਗੁਣਾ 10 ਦੀ ਘਾਤ 22 ਕਿਲੋਗ੍ਰਾਮ। ਠੀਕ ਹੈ ਬੱਚਿਓ, ਇਹ ਸੀਗਾ ਮਿਆਰੀ ਸੰਖਿਆਵਾਂ ਦਾ ਜੋੜ। ਇਸੇ ਤਰ੍ਹਾਂ ਹੁਣ ਕਰਾਂਗੇ ਅਸੀਂ ਮਿਆਰੀ ਸੰਖਿਆਵਾਂ ਦੀ ਘਟਾਓ। ਇਹ ਅਸੀਂ ਕੀਤਾ ਜੋੜ, ਹੁਣ ਅਸੀਂ ਕਰਾਂਗੇ ਮਿਆਰੀ ਸੰਖਿਆਵਾਂ ਦੀ ਘਟਾਓ। ਘਟਾਓ ਵਾਸਤੇ ਵੀ ਇਹੀ ਕਰਨਾ ਹੈ। ਸਭ ਤੋਂ ਪਹਿਲਾਂ ਉਹੀ 10 ਦੀ ਘਾਤ ਹੀ ਅਸੀਂ ਬਰਾਬਰ ਬਣਾਉਣੀ ਹੁੰਦੀ ਹੈ। ਹੁਣ ਜਿੱਦਾਂ ਹੈਗਾ ਸਾਡੇ ਕੋਲ ਮਿਆਰੀ ਸੰਖਿਆਵਾਂ ਦੀ ਘਟਾਓ। ਹੁਣ ਜਿੱਦਾਂ ਹੈਗਾ ਮੰਨ ਲਓ ਸੂਰਜ ਅਤੇ ਪ੍ਰਿਥਵੀ ਦੀ ਦੂਰੀ। ਸਾਡੇ ਕੋਲ ਹੈਗਾ ਸੂਰਜ ਅਤੇ ਪ੍ਰਿਥਵੀ ਦੀ ਦੂਰੀ। ਇਹਨਾਂ ਦੋਨਾਂ ਦੀ ਦੂਰੀ ਕਿੰਨੀ ਹੈਗੀ ਸਾਡੇ ਕੋਲ 1.496 ਗੁਣਾ 10 ਦੀ ਘਾਤ 11। ठीक है मीटर। अगला हैगा पृथ्वी अते चंद्रमा दी दूरी। नाल हैगा साडे कोल पृथ्वी अते चंद्रमा दी दूरी। इन्हां दी दूरी हैगी साडे कोल
3.84 गुना 10 ਦੀ ਘਾਤ 8 मीटर। ठीक है, पहला सीगा सूरज ਅਤੇ ਪ੍ਰਿਥਵੀ ਦੀ ਦੂਰੀ 1.496 गुना 10 ਦੀ ਘਾਤ 11। फिर सीगा ਪ੍ਰਿਥਵੀ ਅਤੇ ਚੰद्रमा ਦੀ ਦੂਰੀ 3.84 गुना 10 ਦੀ ਘਾਤ 8। ਅਸੀਂ ਕੀ ਕਰਨਾ ਹੈ, सूरज ਅਤੇ ਚੰद्रमा ਦੀ ਦੂਰੀ, सूरज ਅਤੇ ਚੰद्रमा ਦੀ ਦੂਰੀ। ਇਹਨਾਂ ਦੀ ਦੂਰੀ ਦਾ ਮਤਲਬ ਕੀ ਹੈ ਕਿ ਜਿਹੜੀ सूरज ਅਤੇ ਪ੍ਰਿਥਵੀ ਦੀ ਦੂਰੀ ਹੈ, ਇਹਦੇ ਵਿੱਚੋਂ ਪ੍ਰਿਥਵੀ ਅਤੇ ਚੰद्रमा ਦੀ ਦੂਰੀ ਦੀ ਘਟਾਓ ਕਰ ਦਾਂਗੇ ਤਾਂ ਸਾਡੇ ਕੋਲ ਕੀ ਆ ਜਾਣਾ ਹੈ, सूरज ਅਤੇ ਚੰद्रमा ਦੀ ਦੂਰੀ 1.496 गुना 10 ਦੀ ਘਾਤ 11 ਮਾਈਨਸ 3.84 गुना 10 ਦੀ ਘਾਤ 8। ਹੁਣ ਫਿਰ ਉਹੀ ਅਸੀਂ ਘਾਤ ਪਹਿਲਾਂ ਇੱਕੋ ਜੀ ਬਣਾਣੀ ਹੈ, 496 गुना ਇਹਨੂੰ 10 ਦੀ ਘਾਤ 3 गुना 10 ਦੀ ਘਾਤ 8 ਕਰ ਸਕਦੇ ਹਾਂ ਅਸੀਂ। 11 ਨੂੰ ਅਸੀਂ 3 ਤੇ 8 ਵੱਖਰਾ ਵੱਖਰਾ ਕਰਤਾ, 10 ਦੀ ਘਾਤ 3 गुना 10 ਦੀ ਘਾਤ 8, 3.84 गुना 10 ਦੀ ਘਾਤ 8, 1.496 गुना 10 ਦੀ ਘਾਤ 3 मतलब 1000 गुना 10 ਦੀ ਘਾਤ 8 माइनस 3.84 गुना 10 ਦੀ ਘਾਤ 8। ਇਹਨੂੰ 1000 ਨਾਲ ਗੁਣਾ ਕਰਾਂਗੇ, 1496 गुना 10 ਦੀ ਘਾਤ 8 माइनस 3.84 गुना 10 ਦੀ ਘਾਤ 8, 1496 माइनस 3.84। ਇਹਨਾਂ ਨੂੰ ਆਪਸ ਦੇ ਵਿੱਚ ਮਾਈਨਸ ਕਰਨਾ ਹੈ, ਦੋਨਾਂ ਦੀ ਘਾਤ ਸੇਮ ਸੀਗੀ 10 ਦੀ ਘਾਤ 8, ਉਹ ਅਸੀਂ ਲਿਖ ਦੇਣੀ ਹੈ 10 ਦੀ ਘਾਤ 8। ਹੁਣ ਸਾਡੇ ਕੋਲ ਹੈਗਾ 1496 माइनस 3.84, ਇੱਥੇ ਦਸ਼ਮਲਵ ਲਾ ਕੇ 2 0 ਲਾ ਦਾਂਗੇ ਮਾਈਨਸ ਕਰਨ ਵਾਸਤੇ। ਠੀਕ ਹੈ, ਇਹ ਆ ਗਿਆ 5, ਇੱਥੇ ਬਣ ਗਿਆ 10, फिर इत्थे बन गया 9, इत्थे बन गया तुहाडा 10, 10 विचों 4 गए 6, 9 विचों 8 गए 1, 5 विचों 3 गए 2, बाकी सारा ओही। ते कितना आ गया तुहाडे कोल 1492.16 मीटर। ठीक है बच्चों, ਅਸੀਂ ਇਹਦੇ ਵਿੱਚ ਕੀ ਦਿੱਤਾ ਸੀਗਾ ਸਾਨੂੰ, सूरज ਅਤੇ ਪ੍ਰਿਥਵੀ ਦੀ ਦੂਰੀ ਉਹ ਸੀਗੀ ਸਾਡੇ ਕੋਲ 1.496 ਗੁਣਾ 10 ਦੀ ਘਾਤ 11। ਪ੍ਰਿਥਵੀ ਅਤੇ ਚੰद्रमा ਦੀ ਦੂਰੀ ਜਿਹੜੀ ਸੀਗੀ 3.84 ਗੁਣਾ 10 ਦੀ ਘਾਤ 8। ਅਸੀਂ ਕੱਢਣੀ ਸੀ सूरज ਅਤੇ चंद्रमा ਦੀ ਦੂਰੀ। सूरज ਅਤੇ चंद्रमा ਦੀ ਦੂਰੀ ਕੱਢਣ ਵਾਸਤੇ ਅਸੀਂ ਕੀ ਕਰਨਾ ਹੈ, सूरज ਅਤੇ ਪ੍ਰਿਥਵੀ ਦੀ ਦੂਰੀ ਵਿੱਚੋਂ ਪ੍ਰਿਥਵੀ ਅਤੇ चंद्रमा ਦੀ ਦੂਰੀ ਨੂੰ ਘਟਾ ਦਾਂਗੇ ਤਾਂ ਸਾਡੇ ਕੋਲ ਆ ਜਾਣੀ सूरज ਅਤੇ चंद्रमा ਦੀ ਦੂਰੀ। ਇਹਨਾਂ ਨੂੰ ਘਟਾਉਣ ਵਾਸਤੇ ਵੀ ਅਸੀਂ ਸਭ ਤੋਂ ਪਹਿਲਾਂ ਇਹਨਾਂ ਦੀਆਂ ਘਾਤ ਇੱਕੋ ਜਿਹੀ ਬਣਾਉਣੀ ਸੀਗੀ। ਇੱਥੇ ਘਾਤ ਸੀਗੀ 11, 11 ਨੂੰ 8 ਬਣਾਉਣ ਵਾਸਤੇ ਅਸੀਂ ਕੀ ਕਰਨਾ ਸੀਗਾ, 3 ਜਮਾ 8 11 ਬਣਨੀ ਸੀਗੀ। 3 ਜਮਾ 8 ਅਸੀਂ 3 ਨੂੰ ਵੱਖਰਾ ਕਰਤਾ, 8 ਨੂੰ ਵੱਖਰਾ ਕਰਤਾ। ਜੇਕਰ ਵਿਚਕਾਰ ਗੁਣਾ ਹੋਵੇ ਤਾਂ ਕੀ ਹੁੰਦਾ, ਘਾਤ ਦਾ ਜੋੜ। ਠੀਕ ਹੈ, ਜੋੜ ਹੋਵੇ ਤਾਂ ਅਸੀਂ ਕੀ ਕਰਦੇ ਹਾਂ, ਗੁਣਾ ਕਰਕੇ ਉਹਨਾਂ ਨੂੰ ਵੱਖਰਾ ਕਰਦੇ ਹਾਂ। 10 ਦੀ ਘਾਤ 3 ਨੂੰ ਅਸੀਂ ਕੀ ਲਿਖਤਾ 1000, 1.496 गुना 1000 गुना 10 ਦੀ ਘਾਤ 8 माइनस 3.84 गुना 10 ਦੀ ਘਾਤ 8। ਦੋਨਾਂ ਦੀ ਸੇਮ ਸੀਗੀ 10 ਦੀ ਘਾਤ 8, ਇਹਨੂੰ 1000 ਨਾਲ ਗੁਣਾ ਕੀਤਾ 1496 माइनस 3.84। 1496 ਵਿੱਚੋਂ 3.84 ਨੂੰ ਅਸੀਂ ਮਾਈਨਸ ਕੀਤਾ, ਮਾਈਨਸ ਕਰਨ ਤੋਂ ਬਾਅਦ ਘਟਾਉਣ ਤੋਂ ਬਾਅਦ ਸਾਡੇ ਕੋਲ ਕੀ ਆ ਗਿਆ 1492.16 मीटर। ठीक है ਬੱਚਿਓ ਅੱਜ ਅਸੀਂ ਕੀਤਾ ਕਿ ਜੇਕਰ ਵੱਡੀਆਂ ਸੰਖਿਆਵਾਂ ਹੋਣ ਉਹਨਾਂ ਨੂੰ ਅਸੀਂ ਕਿੱਦਾਂ ਮਿਆਰੀ ਰੂਪ ਵਿੱਚ ਬਦਲਣਾ ਹੈ। ਮਿਆਰੀ ਰੂਪ ਵਿੱਚ ਬਦਲਣ ਵਾਸਤੇ ਅਸੀਂ 10 ਦੀ ਘਾਤ ਬਣਾਉਣੀ ਹੁੰਦੀ ਹੈ। ਠੀਕ ਹੈ ਬੱਚਿਓ, ਤੇ ਜੇਕਰ ਸਾਡੀ ਸੰਖਿਆ ਸੱਜੇ ਪਾਸੇ ਨੂੰ ਜਾਂਦੀ ਹੈ, ਦਸ਼ਮਲਵ ਸਾਡਾ ਸੱਜੇ ਪਾਸੇ ਨੂੰ ਮੂਵ ਕਰਨਾ ਹੈ ਤਾਂ ਜਿਹੜੀ ਘਾਤ ਹੈ ਉਹ ਮਾਈਨਸ ਵਿੱਚ ਆਣੀ ਹੈ। ਜਿਹੜਾ ਦਸ਼ਮਲਵ ਖੱਬੇ ਪਾਸੇ ਨੂੰ ਜਾਣਾ ਹੈ ਤਾਂ ਘਾਤ ਜਿਹੜੀ ਹੈਗੀ ਉਹ ਪਲੱਸ ਦੇ ਵਿੱਚ ਆਣੀ ਹੈ। ਉਹਦੇ ਬਾਅਦ ਜਿਹੜਾ ਅਸੀਂ ਦੋ ਮਿਆਰੀ ਸੰਖਿਆਵਾਂ ਜੇਕਰ ਦਿੱਤੀਆਂ ਤੇ ਉਹਨਾਂ ਦੀਆਂ ਤੁਲਨਾ ਕਰਨੀ ਹੋਵੇ, ਉਹਨਾਂ ਦੀਆਂ ਤੁਲਨਾ ਕਰਨ ਵਾਸਤੇ ਅਸੀਂ ਕੀ ਕਰਨਾ ਹੁੰਦਾ ਹੈ, ਉਹਨਾਂ ਦਾ ਅਨੁਪਾਤ ਪਤਾ ਕਰਦੇ ਹਾਂ। ਤੇ ਉਹਦੇ ਬਾਅਦ ਹੈਗਾ ਮਿਆਰੀ ਸੰਖਿਆਵਾਂ ਦਾ ਜੋੜ ਅਤੇ ਘਟਾਓ ਕਿੱਦਾਂ ਕਰਨਾ ਹੁੰਦਾ ਹੈ। ਉਮੀਦ ਕਰਦੀ ਹਾਂ ਬੱਚੇ ਇਹ ਸਾਰਾ ਕੁਝ ਤੁਹਾਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਤੇ ਤੁਸੀਂ ਇਹਦੇ ਹੋਰ ਵੀ ਕੁਐਸਚਨ ਆਪਣੇ ਆਪ ਹੱਲ ਕਰਨ ਦੀ ਕੋਸ਼ਿਸ਼ ਕਰਨਾ। ਧੰਨਵਾਦ।